ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਚੋਣਾਂ ਪੰਜਾਬ ਦੀਆਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਅਤੇ ਲਗਾਤਾਰ ਜਿਸ ਤਰੀਕੇ ਦੇ ਨਾਲ ਫੇਰ ਬਦਲ ਹੋ ਰਹੇ ਨੇ, ਸੋ ਲੋਕਾਂ ਦਾ ਜਿਹੜਾ ਰੁਝਾਨ ਵੀ ਇਸ ਵਾਰ ਕਾਫੀ ਦੇਖਣ ਨੂੰ ਮਿਲ ਰਿਹਾ ਕਿ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ 'ਚ ਕੀ ਹੋਏਗਾ। ਵੱਡੀ ਡਿਵੈਲਪਮੈਂਟ ਹੋਈ ਹੈ। ਕਿਸਾਨ ਜਥੇਬੰਦੀਆਂ ਨੇ ਸਿਆਸੀ ਮੋਰਚਾ, ਸੰਯੁਕਤ ਸਮਾਜ ਮੋਰਚਾ ਦਾ ਐਲਾਨ ਕਰ ਦਿੱਤਾ, ਬਣਾਇਆ ਗਿਆ ਅਤੇ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਚੋਣਾਂ ਲੜਨ ਦਾ ਜਿਹੜਾ ਐਲਾਨ ਆ ਉਹ ਵੀ ਕੀਤਾ ਗਿਆ। ਸੋ ਇਹਦੇ ਉੱਪਰ ਜਿਹੜੇ ਰਿਐਕਸ਼ਨਸ ਲੈਣੇ ਬਣਦੇ ਨੇ ਕਾਫੀ ਲੋਕਾਂ ਦੇ, ਜਿਹੜੇ ਉਸ ਕਿਸਾਨ ਮੋਰਚੇ ਦੇ ਵਿੱਚ ਵੀ ਕਿਸਾਨਾਂ ਦੇ ਨਾਲ ਡਟੇ ਰਹੇ ਸੀਗੇ। ਸੋ ਉਸੇ ਸਿਲਸਿਲੇ ਦੇ ਵਿੱਚ ਅੱਜ ਸਾਡੇ ਨਾਲ ਬਹੁਤ ਵੱਡੀ ਪਰਸਨੈਲਿਟੀ ਸਵਰਨ ਸਿੰਘ ਬੋਪਾਰਾਈ ਜੀ ਨੇ, ਜੋ ਜਿਨ੍ਹਾਂ ਨੂੰ ਪਦਮ ਸ਼੍ਰੀ ਅਤੇ ਕੀਰਤੀ ਚੱਕਰ ਦੇ ਨਾਲ ਵੀ ਨਵਾਜ਼ਿਆ ਗਿਆ ਸੀਗਾ। ਰਿਟਾਇਰਡ IAS ਆਫਿਸਰ ਨੇ ਅਤੇ ਕਿਸਾਨ ਐਜੀਟੇਸ਼ਨ ਦੇ ਵਿੱਚ ਵੀ ਬਹੁਤ ਵੱਡਾ ਰੋਲ ਰਿਹਾ, ਡਟ ਕੇ ਸਪੋਰਟ ਕੀਤੀ ਹੈ। ਗੱਲਬਾਤ ਕਰਾਂਗੇ। ਸਵਰਨ ਸਿੰਘ ਜੀ, ਸਵਾਗਤ ਹੈ ਜੀ। Thank you very much, Ji. It's very nice that you have come. Good to talk to you. ਸਵਰਨ ਸਿੰਘ ਜੀ, ਪਹਿਲਾਂ ਜਿਹੜੀ ਕੱਲ੍ਹ ਵੱਡੀ ਡਿਵੈਲਪਮੈਂਟ ਹੋਈ ਹੈ, ਇਲੈਕਸ਼ਨਾਂ ਤੋਂ ਠੀਕ ਪਹਿਲਾਂ ਸੰਯੁਕਤ ਸਮਾਜ ਮੋਰਚਾ ਬਣ ਚੁੱਕਿਆ ਹੈ। ਕਿਸਾਨ ਜਥੇਬੰਦੀਆਂ ਨੇ ਐਲਾਨ ਕਰਤਾ ਕਿ ਉਹ 117 ਸੀਟਾਂ 'ਤੇ ਇਲੈਕਸ਼ਨਸ ਕੰਟੈਸਟ ਕਰਨਗੇ। ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਤੁਸੀਂ ਪਿਛਲੇ ਦਿਨੀ ਇਸ ਚੀਜ਼ 'ਤੇ ਸਟ੍ਰੈਸ ਕਰ ਰਹੇ ਸੀਗੇ ਕਿ ਇਹ ਕਿਸਾਨਾਂ ਨੂੰ ਇਲੈਕਸ਼ਨਸ ਲੜਨੇ ਚਾਹੀਦੇ ਨੇ। ਦੇਖੋ, ਇਹਦੀ ਬੈਕਗਰਾਊਂਡ ਇਹ ਹੈ ਜੀ ਕਿ ਪੰਜਾਬ ਦਾ ਪੋਲੀਟੀਸ਼ੀਅਨ ਇੱਕ ਬਹੁਤ ਹੀ ਗੰਦਾ ਕੀੜਾ ਬਣ ਗਿਆ, ਜਿਹੜਾ ਕਿ ਪੰਜਾਬ ਨੂੰ ਵਿੱਚੋਂ ਖਾਈ ਜਾ ਰਿਹਾ ਔਰ ਇਸ ਕੀੜੇ ਦੀ ਕੋਈ ਲਾਈਫ ਨਹੀਂ ਹੈ, ਨਾ ਇਹਦੀ ਭੁੱਖ ਮਿਟਦੀ ਹੈ। ਸੋ ਇੱਕ ਕੀੜਾ ਅੰਦਰ ਜਦੋਂ ਖਾਂਦਾ ਮਰ ਵੀ ਜਾਂਦਾ, ਫਿਰ ਵੀ ਉੱਥੇ ਬੱਚੇ ਦੇ ਜਾਂਦਾ। ਉਹ ਵੀ ਤਿਆਰ ਨੇ, ਕਈ ਤਾਂ ਪਹਿਲਾਂ ਹੀ ਪਾਰਟੀਸਪੇਟ ਕਰ ਰਹੇ ਆ ਇਸ ਲੁੱਟ ਦੇ ਵਿੱਚ, ਆਲਰੇਡੀ ਆ ਚੁੱਕੇ ਆ। ਸੋ ਇੱਕ ਬੜਾ ਹੀ ਮਤਲਬ ਛਸ਼ੋ ਪੰਜੇ ਵਿੱਚ ਆਦਮੀ, ਆਮ ਆਦਮੀ ਰਹਿੰਦਾ, ਇੰਟੈਲੈਕਚੁਅਲ ਆਦਮੀ। ਛੱਡ ਦਿਓ ਇੰਟੈਲੈਕਚੁਅਲ ਆਦਮੀ ਨੂੰ, ਸਾਰਿਆਂ ਨੂੰ ਔਖਾ ਹੈ। ਅਨਪੜ੍ਹ ਬੰਦਾ ਜਿਹੜਾ ਬਾਹਰ ਵਿਚਾਰਾ ਗਰੀਬ ਹੈ ਜਾਂ ਪਿੰਡਾਂ ਵਿੱਚ ਰਹਿੰਦਾ ਹੈ, ਬਹੁਤ ਔਖੇ ਨੇ। ਕਿਸੇ ਦਫ਼ਤਰ 'ਚ ਸੁਣਵਾਈ ਹੈ ਨਹੀਂ, ਔਰ ਆਮ ਇਹ ਚਰਚਾ ਹੈ ਕਿ ਲੋਕਾਂ ਦੀ ਅਪੁਆਇੰਟਮੈਂਟ ਪੈਸੇ ਲੈ ਕੇ ਕੀਤੀ ਜਾਂਦੀ ਹੈ। ਸਿਰਫ ਪੋਸਟਿੰਗ ਹੀ ਨਹੀਂ, ਉਸ ਤੋਂ ਬਾਅਦ ਫਿਰ ਵੀ ਮੰਗਿਆ ਜਾਂਦਾ ਹੈ। ਤੁਸੀਂ ਇੱਥੇ ਲਾਗੇ ਚਾਗੇ ਕੋਈ ਥਾਣੇਦਾਰ ਦੇਖ ਲਓ, ਕੋਈ ਨਾਇਬ ਤਹਿਸੀਲਦਾਰ ਦੇਖ ਲਓ, ਸਾਲ ਤੋਂ ਵੱਧ ਨਹੀਂ ਕਿਸੇ ਨੇ ਕੱਟਿਆ ਹੋਣਾ, ਕਿਉਂਕਿ ਉਸ ਤੋਂ ਵੱਡੀ ਬੋਲੀ ਦੇਣ ਵਾਲਾ ਆ ਜਾਂਦਾ ਹੈ। ਤੋ ਇੰਨੀ ਬੇਸ਼ਰਮੀ ਦੀ ਜਿਹੜੀ ਹੱਦ ਪਾਰ ਹੋ ਚੁੱਕੀ ਹੈ। ਹਰ ਵੈਲ ਵਿਸ਼ਰ ਪੰਜਾਬੀ, ਜਿਹੜਾ ਕਿ ਸਾਰਾ ਵੈਲ ਵਿਸ਼ਰ, ਅਸੀਂ ਸਾਰੇ ਜਿਹੜੇ ਸ਼ਹਿਰੀ ਹਾਂ ਉਹ ਵੈਲ ਵਿਸ਼ਰ ਹਾਂ ਪੰਜਾਬ ਦੇ, ਬਿਲਕੁਲ। ਭਾਵੇਂ ਸ਼ਹਿਰ ਦੇ ਵਿੱਚ ਹੈ, ਭਾਵੇਂ ਪਿੰਡ ਦੇ ਵਿੱਚ ਹੈ। ਸਾਡਾ ਬੁਰਾ ਹਾਲ ਹੈ। ਜੇ ਸਾਡਾ ਬਿਜ਼ਨਸ ਇੰਡਸਟਰੀ ਹੈ ਤਾਂ ਵੀ ਇਹੋ ਹੀ। ਇੱਕ ਚੀਫ ਮਿਨਿਸਟਰ ਹੁੰਦਾ ਸੀ, ਉਹਦੇ ਕੋਲ ਕੋਈ ਪ੍ਰਪੋਜ਼ਲ ਲੈ ਕੇ ਜਾਣਾ, ਮੇਰਾ ਹਿੱਸਾ ਦੱਸੋ ਜੀ ਕਿੰਨਾ ਰੱਖੋਗੇ। ਮਤਲਬ ਬੇਸ਼ਰਮੀ ਦੀ ਹੱਦ। ਇੱਕ ਚੀਫ ਮਿਨਿਸਟਰ ਇੱਦਾਂ ਦੀਆਂ ਗੱਲਾਂ ਕਰੇ। ਸਾਨੂੰ NRI ਦੋਸਤਾਂ ਨੇ ਦੱਸਿਆ ਜਿਹੜੇ ਆਉਂਦੇ ਜਾਂਦੇ ਸੀ। ਮੇਰਾ NRI ਨਾਲ, ਜਦੋਂ ਮੈਂ ਵਾਈਸ ਚਾਂਸਲਰ ਰਿਹਾ, NRIs ਨਾਲ ਬਹੁਤ ਕਨੈਕਸ਼ਨ ਹੈ। ਉਹ ਕਹਿੰਦੇ ਸਾਡੇ ਕੋਲ ਆਉਂਦੇ, ਖਾਂਦੇ ਪੀਂਦੇ ਹੋਰ ਹੈ, ਉੱਥੇ ਜਦੋਂ ਅਸੀਂ ਜਾਂਦੇ ਪਛਾਣਦੇ ਹੀ ਨਹੀਂ। ਇਹਨਾਂ ਨੂੰ ਯਾਦ ਕਰਾਉਣਾ ਪੈਂਦਾ, ਤੁਸੀਂ ਇੱਥੇ ਮਿਲੇ ਸੀ, ਹੋਰ ਮਿਲੇ ਸੀ। ਮਤਲਬ ਕੋਈ ਇਨਸਾਨੀਅਤ ਨਹੀਂ, ਕੋਈ ਸਟੇਟ ਦੇ ਪ੍ਰਤੀ ਨਹੀਂ ਹੈ। ਝੂਠ ਬੋਲ ਕੇ ਵੋਟਾਂ ਲੈਣੀਆਂ। ਔਰ ਹੁਣ ਇੱਕ ਨਵਾਂ ਤਰੀਕਾ ਹੈ ਕਿ ਪੈਸੇ ਬਣਾਓ, ਮੁੜ ਕੇ ਪੈਸੇ ਸੁੱਟੋ। ਉਹ ਵੀ ਪੰਜਾਬੀਆਂ ਦੀ ਹੁਣ ਕੀ ਕਹੀਏ ਬਦਨਾਮੀ ਹੋ ਰਹੀ ਹੈ ਕਿ, ਔਰ ਇਹ ਹੁਣ ਨਹੀਂ, ਕਾਫੀ ਦੇਰ ਦਾ ਬੇਅੰਤ ਸਿੰਘ ਵੇਲੇ ਹੀ, ਜਦੋਂ ਇੱਕ ਬਾਈ ਇਲੈਕਸ਼ਨ ਹੋਈ ਸੀ ਗਿੱਦੜਬਾਹਾ ਦੀ, ਬਿਲਕੁਲ, ਉਦੋਂ ਮੈਨੂੰ ਪਹਿਲੀ ਵਾਰੀ ਉਦੋਂ ਸੁਣਿਆ ਕਿ ਇੱਜ਼ਤਦਾਰ ਲੋਕਾਂ ਨੇ, ਜਿਨ੍ਹਾਂ ਦੇ ਟਰੈਕਟਰ ਟਰਾਲੀਆਂ ਨੇ, ਉਹਨਾਂ ਨੇ ਵੀ ਇੱਕ ਮੈਂਬਰ ਦੇ 1100 ਲਏ, 1000 ਲਏ। ਸੋ ਇਸ ਕਰਕੇ ਇਹ ਇੱਕ ਮੰਦਭਾਗਾ ਜਿਹਾ ਬਣ ਗਿਆ ਕਿ ਜਿਹੜੇ 5-10% ਪੈਸੇ ਲੈਣ ਵਾਲੇ ਬੰਦੇ ਨੇ ਉਹ, ਅਤੇ ਇੱਧਰੋਂ ਇਹ ਰਲ ਕੇ ਇਹਨਾਂ ਦਾ ਇੱਕ ਜਿਹੜਾ ਹੈ ਇਹ ਤੋੜਨਾ ਜ਼ਰੂਰੀ ਹੋ ਗਿਆ। ਪਤਾ ਨਹੀਂ ਕਿਵੇਂ ਤੋੜਾਂਗੇ ਇਹ, ਕਿਉਂਕਿ ਨਵੇਂ ਨੇ, ਕਿਸਾਨ ਨੇ। ਬਿਲਕੁਲ। ਔਰ ਅਸੀਂ ਜਦੋਂ ਮਿਲ ਕੇ ਪਹਿਲੀ ਵਾਰੀ ਮਿਲਣ ਵੀ ਗਏ, ਅਸੀਂ ਸਿੰਘੂ ਬਾਰਡਰ ਗਏ ਸੀ, ਅਤੇ
ਬਲਬੀਰ ਸਿੰਘ ਰਾਜੇਵਾਲ ਖੁਦ ਉੱਥੇ ਸਾਨੂੰ ਮਿਲੇ ਸੀ। ਹਾਂਜੀ। ਉਦੋਂ ਹੀ ਉਹਨਾਂ ਨੇ ਸਾਨੂੰ ਇਹ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ ਵੀ ਇਹਦਾ ਕੁਝ ਸੋਚੋ, ਪੰਜਾਬ ਦਾ ਜੋ ਹਾਲ ਹੋ ਰਿਹਾ, ਇਹ ਹੋ ਰਿਹਾ, ਉਹ ਹੋ ਰਿਹਾ। ਉਹਦੇ ਤੋਂ ਸਾਡੇ ਗਰੁੱਪ ਨੂੰ ਲੱਗਾ ਵੀ ਇਹਨਾਂ ਨੂੰ ਇਸ ਚੀਜ਼ ਦੀ ਚਿੰਤਾ ਹੈ, ਹਮਦਰਦੀ ਹੈ। ਤੋ ਉਹਦੇ ਨਾਲ ਅਸੀਂ ਸੋਚਿਆ ਵੀ ਅਸੀਂ ਠੀਕ ਬੰਦਿਆਂ ਨਾਲ ਜੁੜੇ ਹਾਂ। ਔਰ ਇਹਨਾਂ ਦੀਆਂ ਵੱਡੀਆਂ ਗੱਲਾਂ ਇਹ ਸੀਗੀਆਂ ਕਿ ਇਹਨਾਂ ਨੇ ਧਰਮ ਨੂੰ ਲਾਗੇ ਨਹੀਂ ਲਾਇਆ। ਬਿਲਕੁਲ। ਇੱਥੋਂ ਤਾਈਂ ਵੀ ਹੋਇਆ ਕਿ ਨਿਸ਼ਾਨ ਸਾਹਿਬ ਲੈ ਕੇ ਗਏ ਉੱਥੇ ਲੋਕ, ਅਤੇ ਇਹਨਾਂ ਨੇ ਬਲਬੀਰ ਸਿੰਘ ਨੇ ਕਿਹਾ ਕਿ ਨਹੀਂ, ਇਹ ਇੱਥੇ ਨਹੀਂ, ਹੱਥ ਜੋੜ ਕੇ ਇੱਥੇ ਨਹੀਂ ਜੀ, ਇਹਨਾਂ ਨੂੰ ਜਿੱਥੇ ਤੁਹਾਡਾ ਕੈਂਪ ਹੈਗਾ ਤੁਸੀਂ ਉੱਥੇ ਸਜਾਓ ਇਹਨਾਂ ਨੂੰ। ਔਰ ਇਸ ਤਰ੍ਹਾਂ ਹੀ ਹੋਇਆ। ਫਿਰ ਉਸ ਤੋਂ ਬਾਅਦ ਇਹਨਾਂ ਨੇ, ਇਹ ਨਹੀਂ ਵੀ ਹਿੰਦੂ ਧਰਮ ਜਾਂ ਹੋਰ ਧਰਮ, ਸਾਰੇ ਧਰਮ ਜਿਹੜੇ ਇੰਡੀਆ ਦੇ ਨੇ, ਇਹਨਾਂ ਨੇ ਉਸ ਇਲਾਕੇ ਦੇ ਬੰਦਿਆਂ ਨੂੰ ਬੁਲਾ ਕੇ ਉੱਥੇ ਸੈਲੀਬ੍ਰੇਟ ਕੀਤਾ। ਬਿਲਕੁਲ। ਆਪਣੀਆਂ ਸਟੇਜਾਂ 'ਤੇ ਅਸੀਂ ਵੀਡੀਓਜ਼ ਦੇ ਵਿੱਚ ਦੇਖਿਆ ਹੋਇਆ। ਜੀ ਜੀ। ਹਾਂਜੀ। ਤੋ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਦੇਖ ਕੇ ਇਹਨਾਂ ਨੇ ਜੋ ਅਸੂਲ ਹੈ, ਜੋ ਡਿਸਿਪਲਿਨ ਦਿਖਾਇਆ, ਔਰ ਇੰਨੇ ਦੇ ਇੰਨੇ ਬੰਦੇ ਇਕੱਠੇ ਹੋਏ, ਵਕੀਲ ਨੂੰ ਇਹਨਾਂ ਨੇ ਸਾਰੇ ਹਿੰਦੁਸਤਾਨ ਨੂੰ ਜਗਾ ਲਿਆ। ਸਾਰਾ ਹਿੰਦੁਸਤਾਨ ਇਹਨਾਂ ਦੇ ਨਾਲ ਆ ਖੜਾ ਹੋਇਆ। ਹਰ ਜਿਹੜਾ ਹੈ ਵੈਲਵਿਸ਼ਰ ਹਿੰਦੁਸਤਾਨੀ ਹੈ, ਔਰ ਜਿਹੜੀ ਕੌਮ ਦੀ ਮਤਲਬ ਸਿੰਪਥੀ ਉਹਦੇ ਮਨ ਦੇ ਵਿੱਚ ਹੈ, ਉਹਨੇ ਇਹਨਾਂ ਨੂੰ ਬਹੁਤ ਅੱਛਾ ਪਾਇਆ ਔਰ ਇਹਨਾਂ ਨੂੰ ਪੂਰੇ ਨੰਬਰ ਵੀ ਦਿੱਤੇ ਉਹਨਾਂ ਨੇ। ਸੋ ਇਸ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਹੁਣ ਜਦੋਂ ਜਿੱਤ ਕੇ ਆਏ ਨੇ ਅਤੇ ਇਹਨਾਂ ਅਸੂਲਾਂ ਕਰਕੇ, ਕਿਉਂਕਿ ਪੋਲੀਟੀਸ਼ੀਅਨ ਜਿਹੜੀ ਵੀ ਮਰਜ਼ੀ ਪਾਰਟੀ ਹੋਏ, ਉਹ ਜ਼ਰੂਰ ਧਰਮ ਨੂੰ, ਮਤਲਬ ਧਰਮ ਵੱਲ ਜਾਂਦੀ ਹੈ ਜਦੋਂ ਉਹਨੇ ਵੋਟਾਂ ਲੈਣੀਆਂ ਹੁੰਦੀਆਂ। ਹੁਣ ਦੇਖੋ ਕਿੰਨੇ ਜਣੇ ਦਰਬਾਰ ਸਾਹਿਬ ਜਾ ਰਹੇ ਆ, ਕਿੰਨੇ ਜਣੇ ਮੰਦਿਰਾਂ ਵਿੱਚ ਜਾ ਰਹੇ ਆ। ਇੱਥੋਂ ਉੱਠ ਕੇ ਹਿਮਾਚਲ 'ਚ ਜਾਂ ਕਸ਼ਮੀਰ ਵਿੱਚ ਵੀ ਮੰਦਿਰਾਂ ਵਿੱਚ ਜਾਂਦੇ ਨੇ, ਜਾਂ ਹੋਰ ਜਗ੍ਹਾ ਵੀ ਮੰਦਿਰਾਂ ਵਿੱਚ ਜਾਂਦੇ ਨੇ ਲੋਕ, ਜਾਂ ਗੁਰਦੁਆਰਿਆਂ ਵਿੱਚ ਜਾਂਦੇ ਨੇ। ਉਹ ਇਹੋ ਹੀ ਹੈ ਕਿ ਸਭ ਤਰੀਕਾ, ਔਰ ਇਹਨਾਂ ਨੇ ਆਪਣੇ ਆਪ ਨੂੰ ਇਸ ਚੀਜ਼ ਤੋਂ ਦੂਰ ਰੱਖਿਆ। ਸੋ ਇਹਦਾ ਮਤਲਬ ਜੋ ਇਹ ਕਹਿੰਦੇ ਆ ਉਹ ਇਹਨਾਂ ਨੇ ਪ੍ਰੈਕਟਿਸ ਕਰਦੇ ਆ। ਇਹ ਪੰਜਾਬ ਪੋਲੀਟੀਸ਼ੀਅਨ ਦੇ ਵਿੱਚ ਹੁਣ ਨਹੀਂ ਹੈ। ਅਤੇ ਜੇ ਇਹ ਵੀ ਕੱਲ੍ਹ ਨੂੰ, ਜੇ ਪਰਮਾਤਮਾ ਕਰੇ ਲੋਕ ਇਹਨਾਂ 'ਤੇ ਖੁਸ਼ ਹੋਣ, ਪਾਵਰ 'ਚ ਆਉਣ, ਅਤੇ ਜੇ ਫਿਰ ਵੀ ਨਿਰਾਸ਼ ਕਰਨ, ਅਤੇ ਫਿਰ ਤਾਂ ਇਹਨਾਂ ਨੂੰ ਮੈਂ ਕਹਿੰਦਾ ਵੀ ਉਦੋਂ ਗੱਲ ਕਰਾਂਗੇ। ਅਜੇ ਹੁਣ ਕਾਹਦੇ ਲਈ ਕੁਛ ਕਹਿਣਾ, ਉਦੋਂ ਦੇਖਾਂਗੇ। ਜੇ ਕੱਲ੍ਹ ਨੂੰ ਤਾਕਤ 'ਚ ਆ ਜਾਣ ਟਰਾਈ ਕਰਕੇ, ਫਿਰ ਇਹਨਾਂ ਨੂੰ ਜੱਜ ਕਰਾਂਗੇ। ਜੀ। ਇੱਕ ਸਵਾਲ ਹੋਰ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਚਲੋ ਲੋਕ ਇਹਦੇ ਬਾਰੇ ਡਿਸਾਈਡ ਕਰਨਗੇ, ਲੋਕ ਹੌਲੀ ਹੌਲੀ ਕਿਵੇਂ ਦੇ ਰਿਐਕਸ਼ਨ ਆਉਂਦੇ ਲੋਕਾਂ ਦੇ, ਪਰ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ, ਜਿਹੜੇ ਮੋਰਚੇ ਦੇ ਵਿੱਚੋਂ ਇਹ ਜਥੇਬੰਦੀਆਂ ਨੇ, ਕੁਛ ਕੁ ਜਥੇਬੰਦੀਆਂ ਨੇ ਇਹ ਜਿਹੜੀ ਇੱਕ ਪੋਲੀਟੀਕਲ ਪਾਰਟੀ ਬਣਾਉਣ ਦਾ ਜਿਹੜਾ ਹੈਗਾ ਐਲਾਨ ਕੀਤਾ, ਅਤੇ ਇਹ ਵੀ ਦੇਖਣ ਨੂੰ ਮਿਲਿਆ ਕਿ ਸੰਯੁਕਤ ਕਿਸਾਨ ਮੋਰਚਾ ਦੋ ਫਾੜ ਨਜ਼ਰ ਆ ਰਿਹਾ, ਕਾਫੀ ਵਿਰੋਧ ਵੀ ਕਰ ਰਹੇ ਨੇ। ਹਾਲਾਂਕਿ ਇਹਨਾਂ ਨੇ ਕਲੇਮ ਕੀਤਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਆਪਣੇ ਨਾਲ ਜੋੜ ਲਾਂਗੇ, ਮੋਢੇ ਨਾਲ ਮੋਢੇ ਜੋੜ ਕੇ ਚੱਲਾਂਗੇ। ਪਰ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ SKM ਦੇ ਵਿੱਚ ਜਿਹੜਾ ਇੱਕ ਤਰੇੜ ਪੈ ਰਹੀ ਹੈਗੀ ਹੈ, ਉਹਦਾ ਕੋਈ ਨਾ ਕੋਈ ਗਲਤ ਅਸਰ ਪੈ ਸਕਦਾ? ਨਹੀਂ, ਮੇਰੇ ਖਿਆਲ ਤਰੇੜ ਨਹੀਂ ਪੈ ਰਹੀ। ਜਿਹੜੀ ਤਰੇੜ ਹੈ ਉਹ ਲੀਡਰਸ਼ਿਪ ਕਰਕੇ ਕੁਛ ਬੰਦੇ ਦੇ ਵਿੱਚ ਹੋ ਸਕਦੀ ਹੈ। ਅਸੀਂ ਉੱਥੇ ਵਿਚਰਦੇ ਰਹੇ ਹਾਂ ਜੀ। ਮੈਂ ਵੀ ਉਦੋਂ ਇੱਕ ਨੋਟਿਸ ਕੀਤਾ ਸੀ, ਇੱਕ ਦੋ ਬੰਦੇ ਮੈਨੂੰ ਲੱਗੇ ਵੀ ਹਾਂ ਇਹ ਥੋੜ੍ਹੇ ਸੜੀਅਲ ਤਬੀਅਤ ਦੇ ਨੇ। ਬਿਲਕੁਲ। ਅਤੇ ਸੋ ਇੱਦਾਂ ਦਾ ਇਹ ਮੇਰੀ ਆਪਣੀ ਅਸੈਸਮੈਂਟ ਹੈ। ਬਿਲਕੁਲ ਬਿਲਕੁਲ। ਅਤੇ ਜਦੋਂ ਇੰਨੇ ਬੰਦੇ ਇਕੱਠੇ ਹੋਣ ਅਤੇ ਉਹਦੇ 'ਚ ਇੱਕ ਦੋ ਇੱਦਾਂ ਦੇ ਵੀ ਹੋਣ ਤਾਂ ਕੋਈ ਗੱਲ ਨਹੀਂ, ਫਿਰ ਕੀ ਹੈ ਜੀ। ਔਰ ਇਹ ਕੋਈ ਗਰੰਟੀ ਨਹੀਂ ਹੈ ਵੀ ਉਹ ਇੱਕ ਆਪਣੇ ਇੰਡੀਵਿਜੂਅਲ ਡਿਫਰੈਂਸ ਕਰਕੇ ਅਲੱਗਾ ਸਟੈਂਡ ਲੈ ਲੈਣ। ਲੇਕਿਨ ਇਹ ਜ਼ਰੂਰੀ ਨਹੀਂ ਹੈ ਵੀ ਉਹਨਾਂ ਦੇ ਥੱਲੇ ਜਿਹੜੇ ਉਹਨਾਂ ਦੇ ਬੰਦੇ ਨੇ, ਆਮ ਬੰਦਾ ਹੈ, ਉਹ ਉਹਨਾਂ ਦੇ ਆਖੇ ਲੱਗੇਗਾ ਅਤੇ ਕਿਸਾਨਾਂ ਵੱਲ ਨਹੀਂ ਜਾਏਗਾ। ਇਹ ਹੁਣ ਇਹ ਸ਼ਾਇਦ ਨਾ ਹੋਵੇ ਜੀ। ਇੱਕ ਚੀਜ਼ ਹੋਰ ਕਿ ਬਹੁਤ ਤੁਸੀਂ ਦੱਸਿਆ ਕਿ ਲੋਕ ਚਾਹੁੰਦੇ ਸੀਗੇ, ਜਿਵੇਂ ਤੁਸੀਂ ਵੀ, ਤੁਹਾਡੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਸੀਗੇ
ਅਫਸਰਸ਼ਾਹੀ ਸੀਗੀ ਜਾਂ ਹੋਰ ਵੀ ਜਿਹੜੇ ਲੋਕ ਸੀਗੇ ਚਾਹੁੰਦੇ ਸੀਗੇ ਕਿ ਇਹਨਾਂ ਨੂੰ ਇਲੈਕਸ਼ਨਸ ਕੰਟੈਸਟ ਕਰਨੇ ਚਾਹੀਦੇ ਆ। ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਇਹ ਖਬਰਾਂ ਆਈਆਂ ਕਿ ਸ਼ਾਇਦ ਕਿਸੇ ਹੋਰ ਪਾਰਟੀ ਦੇ ਨਾਲ ਅਲਾਈਅੰਸ ਕਰਕੇ ਲੜਨਗੇ, ਫਿਰ ਚਲੋ ਹਾਲਾਂਕਿ ਕੱਲ੍ਹ ਇਹ ਕਲੀਅਰ ਕਰ ਦਿੱਤਾ ਗਿਆ ਕਿ ਆਪਣੇ ਦਮ 'ਤੇ ਲੜ ਰਹੇ ਨੇ। ਪਰ ਅਗਰ ਇਹ ਅਲਾਈਅੰਸ ਕਰਨ ਦਾ ਫਿਊਚਰ ਦੇ ਵਿੱਚ ਸੋਚਦੇ ਨੇ ਕੋਈ, ਚਾਹੇ ਉਹ ਆਮ ਆਦਮੀ ਪਾਰਟੀ, ਜਿਵੇਂ ਗੱਲਾਂ ਚੱਲ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਅਲਾਈਅੰਸ ਕਰਨਾ ਚਾਹੀਦਾ ਹੈ, ਨਹੀਂ ਕਰਨਾ ਚਾਹੀਦਾ, ਜਾਂ ਅਗਰ ਕਰਨਗੇ ਤਾਂ ਉਹਦੇ ਨਾਲ ਇਹਨਾਂ ਨੂੰ ਫਾਇਦਾ ਹੋ ਸਕਦਾ ਹੈ, ਨੁਕਸਾਨ ਹੋ ਸਕਦਾ ਜੀ? ਪੋਲੀਟਿਕਸ ਇੱਕ ਬੜੀ ਸਲਿਪਰੀ ਗੇਮ ਹੈ। ਜਿਹੜੇ ਕਈ ਸਾਲ ਪੋਲੀਟਿਕਸ 'ਚ ਰਹੇ ਆ, ਉਹ ਜਦੋਂ ਕਿਸੇ ਪੋਜੀਸ਼ਨ 'ਚ ਆਉਂਦੇ ਉਹ ਵੀ ਸਲਿਪ ਅਪ ਕਰ ਜਾਂਦੇ ਆ। ਤੇ ਇਟਸ ਅ ਵੈਰੀ ਸਲਿਪਰੀ ਗੇਮ। ਇਹਨਾਂ ਵਾਸਤੇ ਨਵੀਂ ਗੇਮ ਹੈ। ਅਤੇ ਕੁਛ ਜਿਹੜਾ ਆਨਸਰ ਹੈ ਉਹ ਵੀ ਫਰਕ ਹੈਗਾ ਕਿ ਸ਼ਹਿਰੀ ਆਦਮੀ ਨੂੰ ਇਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਸਿੰਪਤੀ ਜਿੱਤਣੀ ਪੈਣੀ ਹੈ। ਉਹਨਾਂ ਦੀ ਗੱਲ ਸੁਣਨੀ ਪੈਣੀ ਹੈ, ਉਹਨਾਂ ਦੇ ਗੱਲ ਬਾਰੇ ਬੋਲਣਾ ਪੈਣਾ ਹੈ। ਕੱਲ੍ਹ ਨੂੰ ਉਹਨਾਂ ਦੇ ਬਾਰੇ, ਉਹਨਾਂ ਮੰਗਾਂ 'ਤੇ, ਉਹਨਾਂ ਗੱਲਾਂ 'ਤੇ ਅਮਲ ਕਰਨਾ ਹੋਏਗਾ। ਸੋ ਇਹ ਚੀਜ਼ ਕਰਕੇ ਜੇ ਇਸ ਕਮੀ ਨੂੰ ਪੂਰਾ ਕਰਨ ਵਾਸਤੇ ਫਿਰ ਜਿਹੜੀ ਹੇਠਲੀ ਜਮਾਤ ਹੈ ਉਹਦੇ ਵਿੱਚ ਵੀ ਇਹ ਸਾਰੇ ਐਲੀਮੈਂਟ ਨੂੰ ਨਹੀਂ ਅਟਰੈਕਟ ਕਰ ਸਕਦੇ ਕਿਸਾਨੀ ਦੇ ਮੁੱਦੇ 'ਤੇ, ਸਿਰਫ ਇਸ ਮੁੱਦੇ 'ਤੇ। ਤੋ ਜੇ ਕੋਈ ਸਮਝੌਤਾ ਇਹਨਾਂ ਦਾ ਹੋ ਸਕੇ, ਉਹ ਇਟ ਵਿਲ ਐਡ ਟੂ ਦੇ ਮਿਊਚੁਅਲ ਸਟਰੈਂਥ, ਬੋਥ ਸਾਈਡਸ ਨੂੰ ਉਹ ਤਕੜਾ ਕਰੇਗਾ, ਇਹ ਮੈਂ ਸਮਝਦਾ ਜੀ। ਸੋਹਣ ਸਿੰਘ ਜੀ, ਤੁਸੀਂ ਪਹਿਲਾਂ ਵੀ, ਜਿਵੇਂ ਤੁਸੀਂ ਆਪ ਵੀ ਦੱਸਿਆ, ਜਦੋਂ ਤੋਂ ਐਜੀਟੇਸ਼ਨ ਚੱਲ ਰਿਹਾ ਸੀਗਾ ਤੁਸੀਂ ਜੁੜੇ ਰਹੇ ਉੱਥੇ, ਤੁਹਾਡੀ ਗੱਲਬਾਤ ਵੀ ਹੁੰਦੀ ਰਹੀ ਸੀਗੀ ਕਿਸਾਨ ਲੀਡਰਸ ਦੇ ਨਾਲ, ਅਤੇ ਤੁਸੀਂ ਇਹ ਚੀਜ਼ ਚਾਹੁੰਦੇ ਸੀਗੇ, ਤੁਸੀਂ ਮਿਲ ਕੇ ਵੀ ਉਹਨਾਂ ਨੂੰ ਕਹਿੰਦੇ ਰਹੇ ਕਿ ਤੁਹਾਨੂੰ ਇਲੈਕਸ਼ਨਸ ਲੜਨੇ ਚਾਹੀਦੇ ਨੇ। ਹੁਣ ਉਹ ਐਲਾਨ ਹੋ ਚੁੱਕਿਆ, ਅਤੇ ਹੁਣ ਮੇਰਾ ਸਵਾਲ ਇਹ ਹੈਗਾ ਕਿ ਅਗਰ ਤੁਸੀਂ ਕੋਈ ਆਪ ਗੱਲ ਕਰੋਗੇ, ਜਾਂ ਮੰਨ ਲਓ ਕਿ ਉਹਨਾਂ ਵੱਲੋਂ ਤੁਹਾਨੂੰ ਆਫਰ ਦਿੱਤੀ ਜਾਂਦੀ ਹੈ ਕਿ ਤੁਸੀਂ ਵੀ ਸਾਡੇ ਇਸ ਪਾਰਟੀ ਦੇ ਲਈ ਇਲੈਕਸ਼ਨਸ ਕੰਟੈਸਟ ਕਰੋ, ਤੁਸੀਂ ਤਿਆਰ ਹੋ ਇਸ ਚੀਜ਼ ਲਈ? ਤੁਹਾਡਾ ਫਿਲਹਾਲ ਕੀ ਮਨ ਹੈਗਾ ਜੀ? ਦੇਖੋ, ਇਹ ਇੱਕ ਤੁਸੀਂ ਲੰਬਾ ਜਿਹਾ ਸਵਾਲ ਪੁੱਛਿਆ। ਮੇਰਾ ਸ਼ੁਰੂ ਤੋਂ ਔਰ ਸਾਡੇ ਗਰੁੱਪ ਦਾ ਵੀ ਆਮ ਰਾਏ ਇਹੋ ਰਹੀ ਹੈ ਵੀ ਅਸੀਂ ਇਹਨਾਂ ਨੂੰ ਕੋਈ ਐਡਵਾਈਸ ਨਹੀਂ ਦੇਣੀ। ਅੱਛਾ ਜੀ। ਕੋਈ ਨਸੀਹਤ ਨਹੀਂ ਦੇਣੀ, ਕਿਉਂਕਿ ਅਸੀਂ ਹਾਂ ਡਿਸਿਪਲਿਨ ਦੇ ਪਾਬੰਦ ਬੰਦੇ। ਇਹਨਾਂ ਦਾ ਜਿਹੜਾ ਕੰਮ ਰਿਹਾ ਹੈ ਉਹ ਹੈ ਕਿ ਸਰਕਾਰ ਦੇ ਜੋ ਵੀ ਉਹਨਾਂ ਨੇ ਸਿਸਟਮ ਬਣਾਇਆ ਹੈ, ਜਿਹੜਾ ਇਹਨਾਂ ਨੂੰ ਪਿੰਚ ਕਰਦਾ ਹੈ, ਇਹਨਾਂ ਨੇ ਉਹਨਾਂ ਨੂੰ ਰੌਲਾ ਪਾ ਕੇ ਉਹਨੂੰ ਹਟਵਾਉਣਾ ਹੈ। ਸੋ ਇਹਨਾਂ ਦਾ ਇਹ ਡਿਸਿਪਲਿਨ ਤੋਂ ਪਹਿਲਾਂ ਥੋੜ੍ਹੇ ਜਿਹੇ ਲਾਈਨ 'ਤੇ ਚੱਲਣ ਵਾਲੇ ਬੰਦੇ ਆ। ਤੋ ਅਸੀਂ ਇਹ, ਔਰ ਇਹਨਾਂ ਨੂੰ ਤਜਰਬਾ ਬਹੁਤ ਹੈ। ਫਿਰ ਮੈਂ ਤਾਂ ਸਰਦਾਰ ਬਲਬੀਰ ਸਿੰਘ ਰਾਜੇਵਾਲ ਦੇ ਖਾਸ ਕਰਕੇ ਸੁਣੇ ਆ ਮੈਂ ਵੀਡੀਓ, ਉਹ ਉਹਨਾਂ ਦੇ ਤਰਕ ਵੀ ਹੈ ਉਹਨਾਂ ਕੋਲ ਹਮਦਰਦੀ ਵੀ ਹੈ, ਉਹਨਾਂ ਕੋਲ ਡਿਸਿਪਲਿਨ ਵੀ ਹੈ, ਔਰ ਬੋਲਦੇ ਵੀ ਬੜਾ ਪ੍ਰਤੱਖ ਨੇ। ਉਹ ਇੱਕ ਬੰਦਾ ਹੈ, ਮੈਨੂੰ ਲੱਗਦਾ, ਜਿਹੜਾ ਅੰਦਰ ਬਾਹਰ ਇੱਕ ਹੈ। ਇਹ ਆਮ ਆਦਮੀਆਂ ਦਾ ਨਹੀਂ ਹੁੰਦਾ। ਦੂਜਾ ਬੰਦਾ ਮੈਂ ਇਸ ਤਰ੍ਹਾਂ ਦਾ ਦੇਖਿਆ ਹੈ, ਸਰਦਾਰ ਜੋਗਿੰਦਰ ਸਿੰਘ ਉਗਰਾਹਾਂ। ਉਸ ਬੰਦੇ ਨੇ ਵੀ ਬਿਲਕੁਲ, ਇੱਕ ਵਾਰੀ ਮੈਨੂੰ ਉਹਨਾਂ ਦਾ, 2 ਵਾਰੀ ਮੈਂ ਉਹਨਾਂ ਕੋਲ ਜਾਣਾ ਸੀ, ਮੈਂ ਨਹੀਂ ਜਾ ਸਕਿਆ। ਇੱਕ ਵਾਰੀ ਮੈਂ ਸ਼ਾਇਦ ਢਿੱਲਾ ਹੋ ਗਿਆ ਕੁਛ, ਉਹਨਾਂ ਤੋਂ ਮਾਫੀ ਮੰਗੀ, ਪਰ ਇੱਕ ਵਾਰੀ ਫਿਰ ਮੈਂ ਜਾ ਕੇ ਮਿਲਿਆ ਸੀਗਾ। ਉਹ ਵੀ ਅੰਦਰੋਂ ਬਾਹਰੋਂ ਇੱਕ ਨੇ। ਪਰ ਤੁਸੀਂ ਉਗਰਾਹਾਂ ਸਾਹਿਬ ਨੂੰ ਵੀ ਇਹ ਰਿਕੁਐਸਟ ਕੀਤੀ ਸੀਗੀ ਕਿ ਤੁਸੀਂ ਵੀ ਆਓ, ਕਿਉਂਕਿ ਉਹ ਬਹੁਤ ਵੱਡੀ ਜਥੇਬੰਦੀ ਹੈ, ਬਹੁਤ ਲੋਕ, ਖਾਸ ਤੌਰ 'ਤੇ ਮਾਲਵਾ ਬੈਲਟ ਜੁੜੀ ਹੋਈ ਹੈ, ਅਤੇ ਉਹਨਾਂ ਦਾ ਅੱਜ ਵੀ ਇਹੀ ਸਟੈਂਡ ਹੈ ਕਿ ਉਹ ਬਿਲਕੁਲ ਵੀ ਜਿਹੜੇ ਨੇ ਇਸ ਚੀਜ਼ ਵੱਲ ਨਹੀਂ ਜਾਣਗੇ, ਚੋਣ ਲੜਨ ਬਾਰੇ ਉਹਨਾਂ ਦੀ ਕੋਈ ਰਾਏ ਨਹੀਂ। ਤੁਸੀਂ ਗੱਲਬਾਤ ਕੀਤੀ ਸੀਗੀ, ਅਤੇ ਉਦੋਂ ਕੀ ਗੱਲਬਾਤ ਹੋਈ ਸੀ ਉਹਨਾਂ ਦੇ ਨਾਲ? ਇਹ ਮੇਰੀ ਬਦਕਿਸਮਤੀ ਹੈ ਕਿ ਮੈਂ ਉਹਨਾਂ ਨੂੰ ਨਹੀਂ ਮਨਾ ਸਕਿਆ ਜੀ। ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੈਂ ਅੱਧਾ ਘੰਟਾ ਹੋ ਗਿਆ, ਉਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਦੋਂ ਅਸੀਂ ਪਹੁੰਚੇ ਹਾਂ, ਅਤੇ ਮੇਰੇ ਨਾਲ ਸੀਗੇ ਸਰਦਾਰ ਕੁਲਬੀਰ ਸਿੰਘ ਸਿੱਧੂ, ਪੰਮੀ ਬਾਈ ਸੀ, ਠੀਕ ਹੈ ਜੀ, ਅਤੇ ਸਾਡੇ ਇੱਕ ਹੋਰ ਕਰਮਜੀਤ ਸਿੰਘ IAS ਅਫਸਰ ਰਿਟਾਇਰਡ ਨੇ, ਉਹ ਸੀਗੇ ਸਰਾਂ। ਅਤੇ ਅਸੀਂ ਅੱਧਾ ਘੰਟਾ ਉੱਥੇ, ਮੈਂ ਖਾਸ ਕਰਕੇ ਸਪੀਚਾਂ ਸੁਣਦਾ ਰਿਹਾ ਵੀ ਕੀ ਹੋ ਰਹੀਆਂ। ਉਹ ਜਿੰਨੀਆਂ ਵੀ ਸਪੀਚਾਂ ਸਿੰਘੂਪੁਰ ਅਤੇ ਉੱਥੇ ਅਸੀਂ ਸੁਣੀਆਂ ਨੇ, ਜਿੱਥੇ ਕਿਸਾਨ ਲੀਡਰ, ਜਿਹੜੇ ਛੋਟੇ ਲੀਡਰ ਨੇ, ਉਹ ਬੋਲ ਰਹੇ ਸੀ, ਉਹ ਸਾਰਾ ਹੀ ਪੰਜਾਬ ਸਰਕਾਰ ਦਾ ਖੇਤਰ ਹੈ ਜਿੱਥੇ ਉਹ ਆਪਣੀਆਂ ਤਕਲੀਫਾਂ ਦੱਸ ਰਹੇ ਸੀ। ਸਾਰੀਆਂ ਪੰਜਾਬ
ਸਰਕਾਰ ਦੇ ਖੇਤਰ ਨੂੰ ਰਿਲੇਟ ਕਰਦੀਆਂ ਸੀ ਉਹ ਸਾਰੀਆਂ ਮੰਗਾਂ, ਉਹ ਸਾਰੀਆਂ ਤਕਲੀਫਾਂ। ਅਤੇ ਫਿਰ ਇਹ ਕੀ ਗੱਲ ਹੋਈ ਕਿ ਅਸੀਂ ਸਰਕਾਰ ਵਿੱਚ ਨਹੀਂ ਆਉਣਾ, ਤੁਸੀਂ ਜ਼ਿੰਮੇਵਾਰੀ ਤੋਂ ਦੌੜ ਜਾਓ। ਜੀ। ਅਤੇ ਉਹਨਾਂ ਨੇ ਦੱਸਿਆ ਵੀ ਸਾਡੀ ਪਾਰਟੀ ਨੇ ਅਲਾਓ ਕਰਦੀ। ਮੈਂ ਕਿਹਾ ਦੇਖੋ, ਅਸੀਂ ਦੇਖਿਆ ਵੱਡੀਆਂ ਵੱਡੀਆਂ ਪਾਰਟੀਆਂ ਵੀ ਕਈ ਵਾਰੀ ਛੁੱਟੀ ਦੇ ਦਿੰਦੀਆਂ ਵੀ ਅਸੀਂ ਆਹ 4 ਬੰਦਿਆਂ ਨੂੰ ਜਾਂ 10 ਬੰਦਿਆਂ ਨੂੰ ਛੁੱਟੀ ਦਿੰਦੇ ਵੀ ਆਹ ਜਿਹੜਾ ਖੇਤਰ ਵੀ ਤੁਸੀਂ ਅਜ਼ਮਾ ਕੇ ਦੇਖੋ, ਉਨੀ ਦੇਰ ਅਸੀਂ ਆਹ ਖੇਤਰ ਆਪਣਾ ਸਾਂਭਾਂਗੇ, ਇਹ ਗੈਰ ਰਾਜਸੀ ਹੋਏਗਾ ਅਤੇ ਤੁਸੀਂ ਇਸ ਪਾਸੇ ਵੀ ਕਰ ਸਕਦੇ ਹੋ। ਅਤੇ ਲੇਕਿਨ ਉਹ ਮੰਨੇ ਨਹੀਂ, ਔਰ ਉਹਨਾਂ ਦੀ ਸੋਚ ਹੋਰ ਤਰ੍ਹਾਂ ਹੈ। ਉਹ ਮੈਂ ਸਮਝਦਾ ਪੰਜਾਬ ਦੀ ਵੀ ਬਦਕਿਸਮਤੀ ਹੈ, ਕਿਉਂਕਿ ਮੈਂ ਉਗਰਾਹਾਂ ਸਾਹਿਬ ਦੀ ਬੜੀ ਤਾਰੀਫ ਸੁਣੀ ਹੈ ਕਿ ਉਹ ਸੰਤ ਸੁਭਾਅ ਦੇ ਨੇ, ਸਾਧੂ ਸੁਭਾਅ ਦੇ ਨੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਬਾਕੀ ਸਾਰਿਆਂ 'ਤੇ ਚੈੱਕ ਹੋਵੋਗੇ, ਤੁਹਾਡੇ ਤੋਂ ਸਾਰੇ ਡਰਨਗੇ, ਇਤਿਹਾਸ ਰੱਖਣਗੇ ਵੀ ਹਾਂ ਅਸੀਂ ਠੀਕ ਠਾਕ ਚੱਲੀਏ, ਤੁਹਾਡਾ ਬਹੁਤ ਕੰਟਰੋਲ ਹੋਏਗਾ, ਫਿਰ ਤੁਹਾਡਾ ਖੇਤਰ ਬਹੁਤ ਵੱਡਾ ਚੌੜਾ ਹੈ, ਤੁਹਾਡੇ ਜਿਹੜੇ ਫੋਲੋਅਰ ਨੇ ਉਹ ਬਹੁਤ ਜ਼ਿਆਦਾ ਨੇ। ਲੇਕਿਨ ਪਤਾ ਨਹੀਂ, ਇੱਕ ਤਾਂ ਕੋਈ ਕਹਿੰਦਾ ਸੀ ਕਿ ਇਹਨਾਂ ਦੇ ਜਿਹੜੇ ਹੇਠਲੇ ਨੇ ਉਹ ਜ਼ਿਆਦਾ ਗਰਮ ਤਬੀਅਤੀ ਨੇ, ਉਹਦਾ ਤੋਂ ਇਹ ਵਿਚਾਰੇ ਸੰਗਦੇ ਆ। ਇਹਦਾ ਹੁਣ ਮੈਨੂੰ ਅੰਦਰੂਨੀ ਗੱਲਾਂ ਦਾ ਪਤਾ ਨਹੀਂ, ਪਰ ਮੈਂ ਉਹਨਾਂ ਨੂੰ ਮਨਾ ਨਹੀਂ ਸਕਿਆ, ਇਹਦਾ ਮੈਨੂੰ ਅਫਸੋਸ ਹੈ। ਜੀ। ਇੱਕ ਸਵਾਲ ਹੋਰ ਜੀ, ਜਿਵੇਂ ਹੁਣ ਇਹ ਪੋਲੀਟੀਕਲ ਪਾਰਟੀ ਬਣ ਜਾਏਗੀ, ਮੰਨ ਲਓ ਸੱਤਾ 'ਚ ਆ ਜਾਂਦੀ ਹੈ ਸੰਯੁਕਤ ਸਮਾਜ ਮੋਰਚਾ ਜਿਹੜਾ ਹੈਗਾ, ਅਤੇ ਪਰ ਇਹਦੇ ਜਦੋਂ ਗਵਰਨਮੈਂਟ ਚਲਾਉਣੀ ਹੁੰਦੀ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿਹੜੀ ਅਫਸਰਸ਼ਾਹੀ ਆ ਉਹਨੂੰ ਕਿਵੇਂ, ਉਹਦੇ ਨਾਲ ਕੋਆਰਡੀਨੇਸ਼ਨ ਕਿਵੇਂ ਬਣਾ ਕੇ ਰੱਖਣਾ, ਕਿਉਂਕਿ ਤੁਹਾਨੂੰ ਬਹੁਤ ਲੰਮਾ ਚੌੜਾ ਤਜਰਬਾ ਹੈਗਾ, ਤੁਸੀਂ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਰਹਿ ਕੇ ਵੀ ਕੰਮਕਾਰ ਕੀਤੇ ਨੇ, ਪੰਜਾਬ ਗਵਰਨਮੈਂਟ ਦਾ ਵੀ ਤੁਹਾਨੂੰ ਪਤਾ ਕਿਵੇਂ ਹੁੰਦਾ। ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸਾਰੇ ਇਨਐਕਸਪੀਰੀਅੰਸਡ ਨੇ ਪੋਲੀਟੀਕਲ ਵਾਈਜ਼ ਦੇਖਿਆ ਜਾਵੇ, ਤਾਂ ਅਫਸਰਸ਼ਾਹੀ ਨੂੰ ਕਾਬੂ ਦੇ ਵਿੱਚ ਰੱਖਣ 'ਚ ਕਾਮਯਾਬ ਹੋਣਗੇ ਇਹ? ਦੇਖੋ, ਜਿਹੜੀ ਅਫਸਰ ਕਲਾਸ ਹੈ ਨਾ, ਇਹ ਪੋਲੀਟਿਕਸ ਵਾਂਗੂ ਨਹੀਂ ਹੈ। ਇਹਨੂੰ ਪੇਪਰ ਦੇ ਕੇ, ਐਗਜ਼ਾਮੀਨੇਸ਼ਨ ਦੇ ਕੇ, ਇੰਟਰਵਿਊ ਕਰਕੇ ਅਤੇ ਫਿਰ ਰੱਖਿਆ ਜਾਂਦਾ ਹੈ। ਜਿਹੜੇ ਉਦੋਂ ਹੀ ਉਹ ਪੱਧਰ ਵੀ ਜੇ ਨੇਚਰ ਦੇ ਹੋਣ, ਔਰ ਉਹਨਾਂ ਨੂੰ ਇੰਟਰਵਿਊ ਵਗੈਰਾ 'ਚ ਘੱਟ ਨੰਬਰ ਦਿੱਤੇ ਜਾਂਦੇ ਆ। ਸੋ ਇਹ ਇੱਕ ਇਹੋ ਜਿਹਾ ਜਿਹੜਾ ਕਿ ਮਿਡਲ ਆਫ ਦਾ ਰੋਡ ਚੱਲਣ ਵਾਲੀ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਹੈ। ਫਿਰ ਉਹਨਾਂ ਨੂੰ ਟ੍ਰੇਨਿੰਗ ਹਰ ਕਿਸਮ ਦੀ ਦਿੱਤੀ ਜਾਂਦੀ ਹੈ। ਸੰਵਿਧਾਨ ਦੀ ਵੀ ਸਹੁੰ ਚੁੱਕਣੀ ਪੈਂਦੀ ਹੈ ਉਹਨਾਂ ਨੂੰ, ਸੰਵਿਧਾਨ ਸਮਝਣਾ ਪੈਂਦਾ ਵੀ ਤੁਸੀਂ ਇਹਦੇ ਮੁਤਾਬਕ ਕੰਮ ਕਰਨਾ ਹੈ, ਔਰ ਇਹ ਸ਼ੁਰੂ ਤੋਂ ਉਹਨਾਂ ਦੱਸਿਆ ਜਾਂਦਾ। ਔਰ ਮੈਨੂੰ ਨਹੀਂ ਯਾਦ ਵੀ ਕੋਈ ਜਿਹੜਾ ਮੇਰਾ ਮਿਨਿਸਟਰ ਰਿਹਾ ਹੋਵੇ ਉਹ ਕਦੇ ਮੇਰੇ ਨਾਲੋਂ ਜ਼ਿਆਦਾ ਲਾਇਕ ਸੀ ਪੜ੍ਹਾਈ ਵਿੱਚ। ਬਿਲਕੁਲ ਮੈਨੂੰ ਨਹੀਂ ਕਦੇ ਯਾਦ, ਪਰ ਕਦੇ ਕਿਸੇ ਨੂੰ ਸ਼ਿਕਾਇਤ ਨਹੀਂ ਆਈ ਹੋਣੀ। ਸਿਰਫ ਸ਼ਿਕਾਇਤ ਉਹਨਾਂ ਨੂੰ ਆਈ ਜਿਹੜੇ ਬੇਈਮਾਨੀ ਕਰਨਾ, ਉਹ ਮੈਂ ਕਰ ਨਹੀਂ ਦਿੱਤੀ, ਉਹ ਮੈਨੂੰ ਹਟਾ ਦਿੰਦੇ ਸੀ, ਆਪਾਂ ਖੁਸ਼ ਰਹਿੰਦੇ ਸੀ ਵੀ ਠੀਕ ਹੈ, ਹੁਣ ਨਹੀਂ ਵਿਹਲੇ ਕਰਕੇ ਬਿਠਾ ਦਿੱਤਾ, ਤਨਖਾਹ ਤਾਂ ਮੈਨੂੰ ਉਹ ਮਿਲਦੀ ਹੈ। ਸੋ ਇਹਦੇ 'ਚ ਕੋਈ ਡਿਫੀਕਲਟੀ ਨਹੀਂ ਆਏਗੀ ਇਹਨਾਂ ਨੂੰ। ਔਰ ਅਗੇਨ ਮੈਂ ਗੱਲ ਕਰਦਾ ਵੀ ਮੈਂ ਜ਼ਿਆਦਾ ਤੋਂ ਜ਼ਿਆਦਾ ਵੀਡੀਓਜ਼ ਇਹਨਾਂ ਦੇ ਦੇਖੇ ਆ, ਆਪਣੇ ਰਾਜੇਵਾਲ ਸਾਹਿਬ ਦੇ। ਇਹਨਾਂ ਨੂੰ ਹਰ ਚੀਜ਼ ਦੀ ਸਮਝ ਆ, ਇਹਨਾਂ ਨੂੰ ਕਿਹੜਾ ਨਾ ਕਰ ਸਕਦਾ, ਕਿਉਂਕਿ ਇਹਨਾਂ ਕੋਲ ਤਰਕ ਹੈਗਾ, ਇਹਨਾਂ ਕੋਲ ਬੁੱਧੀ ਹੈਗੀ, ਤਜਰਬਾ ਹੈ, ਹਰ ਗੱਲ ਦਾ ਇਹਨਾਂ ਕੋਲ ਜਵਾਬ ਹੈ। ਉਹ ਤਾਂ ਨਗੋਸ਼ੀਏਸ਼ਨ ਮੇਨ ਕੌਣ ਸੀਗੇ? ਨਗੋਸ਼ੀਏਟਰ ਮੇਨ ਕਿਸਾਨਾਂ ਵੱਲੋਂ ਭਾਰਤ ਸਰਕਾਰ ਜਿੱਥੇ ਸੈਕਟਰੀ ਅਤੇ ਹੋਰ ਮਿਨਿਸਟਰ ਆਉਂਦੇ ਸੀ, ਉੱਥੇ ਨਗੋਸ਼ੀਏਟਰ ਸਾਰਿਆਂ ਨੂੰ ਵੱਡੇ। ਇੱਥੇ ਜੀ ਕਿਹਨੇ ਕੱਢੇ ਆ ਨੁਕਸ, ਕਿਹਨੇ ਕੱਢੇ ਕਾਨੂੰਨਾਂ ਦੇ, ਕਿਹਨੇ ਜਦੋਂ ਜਦ ਤਾਂ ਪੰਜਾਬ 'ਚ ਸ਼ੁਰੂ ਕੀਤੀ। ਜਿਹੜਾ ਬੰਦਾ ਇਸ ਕਪੈਸਿਟੀ ਦੇ ਹੋਣ, ਉਹਨਾਂ ਦੇ ਬਾਰੇ ਕੋਈ ਸ਼ੰਕਾ ਕਰਨੀ, ਇਹ ਤਾਂ ਉਹਨਾਂ ਨੂੰ ਐਵੇਂ ਤਨਖੀਆਂ ਕੱਢਣ ਵਾਲੀ ਗੱਲ ਹੈ। ਜਿਹੜੇ ਕਹਿੰਦੇ ਕਿ ਐਵੇਂ ਇਸ਼ੂਜ਼ ਕ੍ਰੀਏਟ ਕਰਨ ਵਾਲੇ ਆ, ਜਿਹੜੇ ਕਿ ਇਹਨਾਂ ਨੂੰ ਡਿਸਕਰੇਜ ਕਰਨਾ ਚਾਹੁਣ ਜਾਂ ਪਾਪੂਲੇਸ਼ਨ ਨੂੰ ਜਾਂ ਵੋਟ 'ਤੇ ਫਰਕ ਪਾਉਣਾ ਚਾਹੁਣ, ਇਹ ਇਹੋ ਜਿਹੇ ਬੰਦਿਆਂ ਦਾ ਖਿਆਲ ਹੈ। ਜੀ। ਹੋਰ ਵੀ ਕਾਫੀ ਸਾਰੇ ਚੈਲੰਜਸ ਹੋਣਗੇ ਇਹਨਾਂ ਦੇ ਲਈ। ਇੱਕ ਤੁਹਾਨੂੰ ਪਤਾ ਹੈ ਕਿ ਜਦੋਂ ਕੋਈ ਵੀ ਪੋਲੀਟੀਕਲ ਪਾਰਟੀ ਹੈਗੀ, ਇਲੈਕਸ਼ਨਸ ਲੜਨੇ ਹੁੰਦੇ ਆ ਤਾਂ ਖਰਚਾ ਬਹੁਤ ਹੁੰਦਾ, ਫੰਡਸ ਬਹੁਤ ਸਾਰੇ ਚਾਹੀਦੇ ਹੁੰਦੇ ਨੇ। ਸੋ ਇਹ ਵੀ ਇੱਕ ਵੱਡਾ ਚੈਲੰਜ ਹੈਗਾ ਇਹਨਾਂ ਲਈ। ਸੋ ਇਹਨਾਂ ਸਾਰੀਆਂ ਚੀਜ਼ਾਂ ਲਈ ਕਿਵੇਂ ਲੱਗਦਾ ਕਿ ਕਿਵੇਂ ਕੋਪ ਅਪ ਕਰਨਗੇ?
ਦੇਖੋ, ਇੱਕ ਇਲੈਕਸ਼ਨ ਹੋਈ ਸੀ ਪੰਜਾਬ ਦੇ ਵਿੱਚ, ਜਿਹਦੇ ਵਿੱਚ MP ਦੀਆਂ ਸੀਟਾਂ ਲਈ ਰਿਕਾਰਡ ਨੰਬਰ ਆਫ ਵੋਟਸ ਨਾਲ ਜਿੱਤੇ ਸੀ ਕੈਂਡੀਡੇਟ। ਉੱਥੇ ਕੋਈ ਪੈਸੇ ਦੀ ਲੋੜ ਪਈ ਸੀ? ਬਿਲਕੁਲ ਨਹੀਂ ਸੀ ਪਈ। ਅਤੇ ਇਸ ਵੇਲੇ ਕੋਈ ਸ਼ੱਕ ਨਹੀਂ ਇਹਦੇ 'ਚ ਕਿ ਆਮ ਜਿਹੜਾ ਬੰਦਾ ਹੈ ਉਹਦੇ ਵਿੱਚ ਇਹਨਾਂ ਨੇ ਆਪਣੀ ਜਗ੍ਹਾ ਬਣਾਈ ਹੈ। ਤੋ ਜੇ ਇਹੋ ਜਿਹੀ ਹਵਾ ਚੱਲ ਜਾਂਦੀ ਹੈ ਅਤੇ ਬਈ ਕੋਈ ਦੂਸਰੀ ਪਾਰਟੀ ਵੀ ਹੋਵੇ ਜਿਹਦੀ ਡਿਲੀਵਰੀ ਅੱਛੀ ਰਹੀ ਹੈ, ਆਪਣੀਆਂ ਮੇਨ ਪਾਰਟੀਜ਼ ਤਾਂ ਡਿਲੀਵਰੀ ਖਤਮ ਹੋ ਗਈ, ਹਾਂਜੀ। ਅਤੇ ਜੇ ਕੋਈ ਇਹੋ ਜਿਹੀ ਪੋਲੀਟੀਕਲ ਪਾਰਟੀ ਹੋਵੇ ਜਿਹਦੀ ਡਿਲੀਵਰੀ ਹਿੰਦੁਸਤਾਨ ਵਿੱਚ ਕਿਤੇ ਵੀ ਚੰਗੀ ਰਹੀ ਹੈ, ਅਤੇ ਫਿਰ ਇਹਨਾਂ ਦੇ ਦੋਨਾਂ ਦੇ ਰਲ ਕੇ ਫਿਰ ਹਵਾ ਬਣ ਜਾਏਗੀ। ਜੀ, ਆਖਰੀ ਸਵਾਲ ਕਰਾਂਗੇ ਜੀ। ਜਿਵੇਂ 117 ਸੀਟਾਂ ਨੇ, 117 ਇਹਨਾਂ ਨੂੰ ਫੇਸਿਸ ਚਾਹੀਦੇ ਨੇ, ਵੱਡੇ ਫੇਸ ਹੋਣੇ ਚਾਹੀਦੇ ਨੇ ਹਰ ਇੱਕ ਹਲਕੇ ਦੇ ਲਈ। ਬਹੁਤ ਸਾਰੇ ਤਾਂ ਆਲਰੇਡੀ ਜਿਹੜੇ ਕਹਿ ਲਈਏ ਜਿਹੜੇ ਲੀਡਰਸ ਨੇ ਯੂਨੀਅਨਸ ਦੇ, ਤੁਸੀਂ ਜ਼ਿਕਰ ਵੀ ਕਈਆਂ ਦਾ ਕੀਤਾ ਕਿ ਉਹਨਾਂ ਨੂੰ ਬਹੁਤ ਸਮਝ ਹੈ, ਪਰ ਫਿਰ ਵੀ 117 ਵੱਡੀ ਗਿਣਤੀ ਹੈਗੀ ਹੈ। ਸੋ ਇਸੇ ਲਈ ਮੈਂ ਪੁੱਛ ਰਿਹਾ ਸੀਗਾ ਕਿ ਅਗਰ ਤੁਹਾਡੇ ਵਰਗਿਆਂ ਨੂੰ ਜਿਹੜੇ ਜਿਨ੍ਹਾਂ ਨੂੰ ਤਜਰਬਾ ਬਹੁਤ ਹੈ ਉਹਨਾਂ ਨੂੰ ਅਪਰੋਚ ਕੀਤਾ ਜਾਊਗਾ, ਸੋ ਤੁਸੀਂ ਲੜਨ ਨੂੰ ਤਿਆਰ ਹੋ ਇਲੈਕਸ਼ਨਸ ਉਹਨਾਂ ਲਈ? ਮੈਂ ਇੱਕ ਲੰਬਾ ਜਵਾਬ ਦੇਵਾਂ ਇਹਦੇ ਵਾਸਤੇ? ਬਿਲਕੁਲ। ਮੈਨੂੰ 1985 ਦੇ ਦਸੰਬਰ ਵਿੱਚ ਬਰਨਾਲਾ ਸਾਹਿਬ ਨੇ ਸੈਕਟਰੀ ਇਰੀਗੇਸ਼ਨ ਪਾਵਰ ਬਣਾ ਤਾ। ਅੱਛਾ ਜੀ। ਅਤੇ ਉਦੋਂ ਇਰੀਗੇਸ਼ਨ ਐਂਡ ਪਾਵਰ ਪੰਜਾਬ ਡਿਵੈਲਪਮੈਂਟ ਪਲਾਨ ਦਾ 60% ਅੱਛਾ ਜੀ। ਬਜਟ ਜਿਹੜਾ ਹੈ ਉਹ ਸਿਰਫ ਇਰੀਗੇਸ਼ਨ ਅਤੇ ਪਾਵਰ ਦਾ ਸੀ। ਅਤੇ ਉਹਨਾਂ ਦਿਨਾਂ 'ਚ ਰਾਡੀ ਟ੍ਰਿਬੂਨਲ ਬਣਿਆ ਸੀ ਕਿਉਂਕਿ ਪਾਣੀਆਂ ਦਾ ਇਸ਼ੂ ਵੱਡਾ ਸੀਗਾ। ਉਹਦੇ ਵਿੱਚ ਮੇਰੇ ਸਰਕਾਰ ਦੇ ਨਾਲ ਮਤਭੇਦ ਹੋਏ। ਜਿਹੜਾ ਪਹਿਲਾ ਆਰਡੀਨੈਂਸ ਹੋਇਆ ਸੀਗਾ ਉਸ ਕਾਨੂੰਨ ਐਸਟੈਬਲਿਸ਼ ਕਰਨ ਵਿੱਚ, ਉਹਨੂੰ ਐਸਟੈਬਲਿਸ਼ ਕਰਨ ਵਿੱਚ ਕੋਈ ਲੀਗਲ ਪ੍ਰੋਬਲਮ ਆ ਰਹੀ ਸੀ, ਇਸ ਕਰਕੇ ਉਹਦਾ ਅਮੈਂਡਮੈਂਟ ਕਰਕੇ ਅਤੇ ਫਿਰ ਉਹਦੇ ਮੁਤਾਬਕ ਹੀ ਟਰਮਸ ਆਫ ਰੈਫਰੈਂਸ ਬਣਾਈਆਂ ਸੀਗੀਆਂ। ਅਤੇ ਮੈਂ ਉੱਥੇ ਗਵਰਨਮੈਂਟ ਆਫ ਇੰਡੀਆ ਨੂੰ ਆਪਣੇ ਕਮੈਂਟਸ, ਉਹਨਾਂ ਨੇ ਸਰਕਾਰੀ ਪੋਲਿਸੀ 'ਤੇ, ਵਾਟਰ ਪੋਲਿਸੀ, ਨੈਸ਼ਨਲ ਵਾਟਰ ਪੋਲਿਸੀ 'ਤੇ ਸੁਝਾਅ ਮੰਗੇ ਸੀ। ਉਹਦੇ 'ਚ ਮੈਂ ਲਿਖ ਦਿੱਤਾ ਵੀ ਇੱਦਾਂ ਦੇ ਜਿਹੜੇ ਗੈਰ ਸੰਵਿਧਾਨਕ ਕਾਨੂੰਨ ਨੇ ਉਹ ਨਹੀਂ ਕਰਨੇ ਚਾਹੀਦੇ। ਉਹ ਤਾਂ ਸੌਂ ਗਏ। ਅੱਛਾ ਜੀ। ਹਾਂ, ਸੌਂ ਹੀ ਗਏ। ਰਾਡੀ ਟ੍ਰਿਬੂਨਲ ਬਣ ਗਿਆ, ਨਾ ਦਫ਼ਤਰ ਦਿੱਤਾ ਨਾ ਕੁਛ ਹੋਰ ਹੈ। ਥੋੜ੍ਹੇ ਦਿਨਾਂ ਬਾਅਦ ਫਿਰ ਉਹਨਾਂ ਨੇ ਇਹ ਬਰਨਾਲਾ ਸਾਹਿਬ, ਇਹ ਬਾਅਦ 'ਚ ਪਤਾ ਲੱਗਾ ਕਿ ਸਰਦਾਰ ਸੁਰਜੀਤ ਸਿੰਘ ਬਰਨਾਲਾ ਅਤੇ ਸਰਦਾਰ ਬਲਵੰਤ ਸਿੰਘ ਨਾਲ ਰਲ ਕੇ ਗੱਲਬਾਤ ਕਰਕੇ ਮੁੜ ਕੇ ਨਵਾਂ ਆਰਡੀਨੈਂਸ ਬਣਾ ਤਾ। ਮੈਂ ਐਡਵੋਕੇਟ ਜਨਰਲ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਮੈਨੂੰ ਤਾਂ ਇਹ ਉਸੇ ਤਰ੍ਹਾਂ ਲੱਗਦਾ ਜਿਵੇਂ ਪਹਿਲਾਂ ਸੀ, ਗੈਰ ਸੰਵਿਧਾਨਕ। ਮੈਂ ਕਿ ਮੈਨੂੰ ਲਿਖ ਕੇ ਦੇ ਦਿਓਗੇ? ਉਹਨਾਂ ਨੇ ਲਿਖ ਕੇ ਦੇ ਤਾ। ਲਿਖ ਕੇ ਦੇ ਤਾ ਤਾਂ ਮੈਂ ਅਗਲੇ ਦਿਨ ਬਰਨਾਲਾ ਸਾਹਿਬ ਕੋਲ ਚਲਾ ਗਿਆ। ਮੈਂ ਕਿਹਾ ਜੀ ਇਹ ਵੀ ਉਸੇ ਤਰ੍ਹਾਂ ਗੈਰ ਸੰਵਿਧਾਨਕ ਹੈ ਜਿਵੇਂ ਪਹਿਲਾਂ ਸੀਗਾ। ਕਹਿੰਦਾ ਉਹ ਕਿਵੇਂ? ਮੈਂ ਐਂ ਕਰਕੇ ਉਹਨਾਂ ਦੇ ਅੱਗੇ ਰਿਟਨ ਜਿਹੜੀ ਸੀ ਐਡਵੋਕੇਟ ਜਨਰਲ ਦੀ ਰਾਏ ਰੱਖ ਦਿੱਤੀ। ਉਹ ਮੈਨੂੰ ਪੈਂਦੇ ਹੀ ਕਹਿੰਦੇ ਐਡਵੋਕੇਟ ਜਨਰਲ ਸਾਹਿਬ ਨੇ ਆਪਣੀ ਰਾਏ ਚੇਂਜ ਕਰ ਲਈ ਹੈ। ਅੱਛਾ ਜੀ। ਤਾਂ ਮੇਰੇ ਪੈਰਾਂ ਤੋਂ ਜ਼ਮੀਨ ਨਿਕਲੀ। ਉਹ ਮੈਂ ਚੁੱਕ ਕੇ ਕਾਗਜ਼ ਆਪਣਾ ਵਾਪਸ ਲੈ ਕੇ ਆ ਗਿਆ। ਅਤੇ ਮੈਨੂੰ ਪਤਾ ਸੀ ਵੀ ਇਹਦੇ 'ਚ ਹੁਣ ਪੰਜਾਬ ਅਤੇ ਪੰਜਾਬ ਸਰਕਾਰ ਦੋਨੋਂ ਹੀ ਮਾਰ ਖਾਣਗੇ। ਅਤੇ ਮੈਂ ਨਹੀਂ ਸੀ ਚਾਹੁੰਦਾ ਕਿ ਇਹ ਟਾਇਰ ਮੇਰੇ ਗਲ ਪਵੇ ਕਿ ਮੈਂ ਸੋਚ ਸਮਝ ਕੇ ਆਪਣੀ ਆਤਮਾ ਜਾਂ ਆਪਣੀ ਸੋਚ ਦੇ ਖਿਲਾਫ ਮੈਂ ਇਸ ਚੀਜ਼ ਹੋਣ ਦੇਵਾਂ। ਮੈਂ ਇਸ ਕਰਕੇ ਉਦੋਂ ਮੈਂ 4 ਮੀਲ ਰੋਜ਼ ਕਿਲੋਮੀਟਰ ਜੋਗ ਕਰਦਾ ਹੁੰਦਾ ਸੀ ਇੱਥੇ ਲੇਕ 'ਤੇ। ਮੈਂ ਕਿਹਾ ਜੀ ਮੈਂ ਤਾਂ ਜੋਗ ਕਰਦਾ ਕਰਦਾ ਬੇਹੋਸ਼ ਹੋ ਗਿਆ। ਫਿਰ ਮੈਨੂੰ ਉਹਨਾਂ ਨੇ ਫਿਰ 2 ਮਹੀਨੇ ਦੀ ਮੈਂ ਕਿਹਾ ਛੁੱਟੀ ਦੇ ਦਿਓ। ਅੱਛਾ ਜੀ। ਜਦੋਂ 2 ਮਹੀਨੇ ਦੀ ਛੁੱਟੀ ਹੋਈ ਤਾਂ ਫਿਰ ਮੈਂ ਵਾਪਸ ਅਵੇਲੇਬਲ ਹੋ ਗਿਆ ਸਰਕਾਰ ਨੂੰ ਲਗਾਉਣ ਵਾਸਤੇ ਮੈਨੂੰ ਕਿਤੇ। ਅਤੇ ਉਹਨਾਂ ਦਿਨਾਂ ਵਿੱਚ ਆਪਣੇ ਸਰਦਾਰ ਸੁਖਦੇਵ ਸਿੰਘ ਢਿੱਲੋਂ ਹੈਲਥ ਮਿਨਿਸਟਰ ਬਣੇ ਸੀ ਰਾਮਪੁਰਾ ਪੂਰ ਤੋਂ। ਉਹ ਇੱਕ ਬੰਦੇ ਨੇ ਮੈਂ ਬਹੁਤ ਉਹਨਾਂ ਦੀ ਪਰਸਨੈਲਿਟੀ ਤੋਂ ਇੰਪਰੈਸਡ ਹਾਂ। ਮਹਾ ਇਮਾਨਦਾਰ, ਬੜੇ ਕਾਬਿਲ, ਬੜੇ ਇੰਟੈਲੀਜੈਂਟ ਔਰ ਬੜੇ ਤਕੜੇ ਐਡਮਿਨਿਸਟ੍ਰੇਟਰ। ਅਤੇ ਉਹ ਬਰਨਾਲਾ ਸਾਹਿਬ ਕੋਲ ਗਏ ਕਿ ਮੈਂ ਹੈਲਥ ਸੈਕਟਰੀ ਕੋਈ ਹੋਰ ਲੈਣਾ ਚਾਹੁੰਦਾ, ਮੈਨੂੰ ਕੋਈ ਹੈਲਥ ਸੈਕਟਰੀ ਦਿਓ।
ਉਹ ਕਹਿੰਦੇ ਵੀ ਅਸੀਂ ਤਾਂ ਬਾਕੀ ਹੁਣ ਸਾਰਿਆਂ ਨੂੰ ਲਾ ਲੂ ਚੁੱਕੇ ਹਾਂ। ਉਦੋਂ ਕੈਬਨਿਟ ਬਣੇ ਨੂੰ ਹੋ ਗਏ ਸੀ 6-8 ਮਹੀਨੇ ਹੋ ਗਏ ਸੀ। ਆਹ ਇੱਕ ਬੰਦਾ ਹੈ ਜਿਹਨੂੰ ਹੋਰ ਨਹੀਂ ਕੋਈ ਲੈਣਾ ਚਾਹੁੰਦਾ, ਸੋ ਉਹ ਮੈਂ ਸੀਗਾ। ਅੱਛਾ ਜੀ। ਉਹਨਾਂ ਨੇ ਕਿਹਾ ਠੀਕ ਹੈ ਮੈਨੂੰ ਦੇ ਦਿਓ। ਸਾਡੀ ਇੰਨੀ ਆਪਸ 'ਚ ਬਣੀ ਹੁਣ ਤਾਈਂ ਭਰਾਵਾਂ ਵਾਂਗੂ ਪਿਆਰ ਹੈ। ਅਤੇ ਸੋ ਤੁਸੀਂ ਸਵਾਲ ਕੀ ਪੁੱਛਿਆ ਸੀ, ਕਿੱਥੋਂ ਗੱਲ ਚੋਣ ਲੜਨ ਬਾਰੇ, ਕਿ ਤੁਹਾਨੂੰ ਅਗਰ ਤੁਹਾਡੇ ਵਰਗੇ ਜਿੰਨੇ ਵੀ ਐਕਸਪੀਰੀਅੰਸਡ ਆਫਿਸਰਸ ਨੇ, ਸੋ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਮੈਂ ਕਿਸ ਤਬੀਅਤ ਦਾ ਆਦਮੀ ਹਾਂ। ਬਿਲਕੁਲ। ਹਾਂਜੀ, ਸੋ ਹੋਰ ਮੈਂ ਇਸ ਤੋਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਜੀ। ਇੱਕ ਹੋਰ ਸਵਾਲ ਜੀ, ਜਿਸ ਤਰੀਕੇ ਦੇ ਨਾਲ ਇਹ ਸੰਯੁਕਤ ਸਮਾਜ ਮੋਰਚਾ ਬਣਿਆ ਹੈਗਾ, ਕਿਸਾਨ ਜਥੇਬੰਦੀਆਂ ਨੇ, ਅਤੇ ਇਹ ਚੀਜ਼ ਫਿਲਹਾਲ ਇੰਨੀ ਗੱਲ ਕਲੀਅਰ ਹੈ ਕਿ ਇੱਕ ਪਰਟੀਕੂਲਰ ਇੱਕ ਸੈਕਸ਼ਨ ਨੂੰ, ਕਿਸਾਨਾਂ ਨੂੰ ਕਹਿ ਲਈਏ ਵੀ ਉਹਨਾਂ ਨੂੰ ਰੀਪ੍ਰਜੈਂਟ ਕਰ ਰਹੇ ਨੇ। ਹਾਲਾਂਕਿ ਇਹਨਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਨਾਲ ਜੋੜਾਂਗੇ, ਪਰ ਤੁਸੀਂ ਆਪਣੇ ਤਜਰਬੇ ਦੇ ਨਾਲ ਇਹ ਵੀ ਦੱਸੋ ਕਿ ਜਿਹੜੀ ਪੋਲੀਟੀਕਲ ਪਾਰਟੀ ਪਰਟੀਕੂਲਰਲੀ ਇੱਕ ਸੈਕਸ਼ਨ ਨੂੰ ਰੀਪ੍ਰਜੈਂਟ ਕਰਕੇ ਚੱਲਦੀ ਹੈਗੀ ਹੈ, ਅਤੇ ਉਹ ਵੋਟ ਬੈਂਕ ਲੱਗਦਾ ਕਿ ਉਹ ਇੰਨਾ ਕੁ ਵੋਟ ਲੈ ਸਕਦੇ ਨੇ ਕਿ ਉਹ ਜਿੱਤ ਸਕਦੇ ਹੁੰਦੇ ਨੇ, ਕਿਉਂਕਿ ਬਹੁਤ ਸਾਰੇ ਸੈਕਸ਼ਨਸ ਹੁੰਦੇ ਨੇ, ਚਾਹੇ ਉਹ ਹੈਲਥ ਆਫਿਸਰਸ, ਡਾਕਟਰਸ ਹੋਣ, ਟਰੇਡਰਸ ਹੋਣ, ਦੁਕਾਨਦਾਰ ਹੋਣ, ਸੋ ਵੱਖ-ਵੱਖ ਹੁੰਦੇ ਨੇ। ਸ਼ਹਿਰੀ ਅੱਡ ਹੁੰਦੇ, ਪੇਂਡੂ ਅੱਡ ਹੁੰਦੇ ਆ। ਇਹ ਫਿਲਹਾਲ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਰੀਪ੍ਰਜੈਂਟ ਕਰ ਰਹੇ ਨੇ। ਆਮ ਲੋਕਾਂ 'ਚ ਵੀ ਅਜੇ ਤੱਕ ਇਹੀ ਮੈਸੇਜ ਆ ਰਿਹਾ ਹੈਗਾ ਕਿ ਇਹ ਕਿਸਾਨਾਂ ਦੀ ਪਾਰਟੀ ਹੈ, ਕਿਸਾਨਾਂ ਲਈ ਬਣੀ ਹੈ। ਸੋ ਅਗਰ ਇਸੇ ਤਰ੍ਹਾਂ ਇੱਕੋ ਸੈਕਸ਼ਨ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਰੀਪ੍ਰਜੈਂਟ ਕਰਨਗੇ, ਅਤੇ ਇਹ ਇਹਨਾਂ ਲਈ ਇਨਫ ਹੋਊਗਾ ਜਾਂ ਹੋਰ ਵੀ ਇਹਨਾਂ ਨੂੰ ਕੁਛ ਕਰਨਾ ਪਊਗਾ? ਦੇਖੋ, ਜਿਹੜੀ ਹੁਣ ਸਰਕਾਰ ਹੈਗੀ ਆ, ਮੇਰਾ ਨਹੀਂ ਖਿਆਲ ਉਹਦੇ ਵਿੱਚ ਕੋਈ ਡਾਕਟਰ ਹੈ, ਮੇਰਾ ਨਹੀਂ ਖਿਆਲ ਉਹਦੇ ਵਿੱਚ ਕੋਈ ਇੰਜੀਨੀਅਰ ਹੋਣਾ। ਹਾਂਜੀ, ਇਹ ਕੋਈ ਸਬਜੈਕਟ ਨਹੀਂ ਹੁੰਦਾ ਵੀ ਇਹਨਾਂ 'ਚ ਕੋਈ ਡਾਕਟਰ ਹੈ ਜਾਂ ਨਹੀਂ ਹੈ। ਇਹਨਾਂ ਵਿੱਚ ਨਹੀਂ ਜੀ, ਮੇਰਾ ਮਤਲਬ ਇਹ ਹੈ ਕਿ ਜਿਹੜੇ ਵਰਗ ਨੂੰ ਇਹ ਰੀਪ੍ਰਜੈਂਟ ਕਰ ਰਹੇ ਨੇ, ਜਿਹੜੇ ਵਰਗ ਨੂੰ, ਆਮ ਲੋਕਾਂ ਵਿੱਚੋਂ, ਲੋਕਾਂ 'ਚ ਇਹ ਹੈ ਨਾ ਕਿ ਕਿਸਾਨਾਂ ਦੀ ਪਾਰਟੀ ਹੈਗੀ ਹੈ। ਮੇਰਾ ਮਤਲਬ ਇਹ ਨਹੀਂ ਕਿ ਉਹ ਇਹਨਾਂ ਦੇ ਪਾਰਟੀ ਦੇ ਵਿੱਚ ਸ਼ਾਮਿਲ ਕੋਈ ਵਰਗ ਨਹੀਂ ਗਾ, ਪਰ ਲੋਕਾਂ ਨੂੰ ਇਹ ਲੱਗਦਾ ਕਿ ਇਹ ਕਿਸਾਨਾਂ ਦੀ ਪਾਰਟੀ, ਅਤੇ ਕਿਸਾਨਾਂ ਦੇ ਲਈ ਇਹ ਉਹਨਾਂ ਲਈ ਕੰਮ ਕਰਨਗੇ, ਬੇਸਿਕਲੀ ਇਹ ਹੈ। ਸੋ ਅਗਰ ਕੋਈ ਪਾਰਟੀ ਇੱਕੋ ਸੈਕਸ਼ਨ ਨੂੰ ਮੇਨਲੀ ਟਾਰਗੇਟ ਕਰਕੇ ਚੱਲਦੀ ਹੈ, ਉਹ ਜਿੱਤਣ ਦੇ ਕਾਬਿਲ ਹੁੰਦੀ ਹੈਗੀ ਹੈ। ਆਪਾਂ ਉਹ ਗੱਲ ਕੀਤੀ ਹੈ ਵੀ ਇਹਨਾਂ ਨੂੰ ਇੱਕ ਜਿਹੜਾ ਹੈ ਸ਼ਹਿਰੀ ਐਲੀਮੈਂਟ ਹੈ, ਉਹਨਾਂ ਨੂੰ ਜੋੜਨ ਵਾਸਤੇ ਤਾਂ ਕਰਨਾ ਪਏਗਾ। ਉਹਨਾਂ ਦੀ ਸੋਚ, ਇਹਨਾਂ ਨੂੰ ਸੋਚਣਾ ਚਾਹੀਦਾ ਹੈ। ਕਿਸੇ ਪਾਰਟੀ, ਕਿਸੇ ਗਰੁੱਪ ਨਾਲ ਅਲਾਇੰਸ ਕਰਕੇ ਜੇ ਉਹ ਚੀਜ਼ ਪੂਰੀ ਹੁੰਦੀ ਹੈ, ਨਹੀਂ ਤਾਂ ਨਵੇਂ ਬੰਦੇ ਆਪਣੇ ਨਾਲ ਜੋੜ ਕੇ ਵੀ ਕੀਤਾ ਜਾ ਸਕਦਾ। ਇਹੋ ਜਿਹੇ ਕਈ ਮੇਰੇ ਵਰਗੇ ਬੰਦੇ, ਨੌਜਵਾਨ ਹੋਣਗੇ, ਹੋਰ ਹੋਣਗੇ, ਜਿਹੜੇ ਇਹਨਾਂ ਨੂੰ ਠੀਕ ਸਮਝਦੇ ਨੇ, ਉਹ ਸ਼ਾਇਦ ਇਹਨਾਂ ਨੂੰ ਅਡੋਪਟ ਕਰਨ ਵਾਸਤੇ ਤਿਆਰ ਹੋਣ, ਜਾਂ ਪੋਲੀਟਿਕਸ ਵਿੱਚ ਛਾਲ ਮਾਰਨ ਨੂੰ ਤਿਆਰ ਹੋਣ। ਸੋ ਆਲ ਦੈਟ ਇਜ਼ ਪੋਸੀਬਲ। ਅਜੇ ਤਾਂ ਆਪਣਾ ਪਹਿਲਾ ਦਿਨ ਹੈ ਜਦੋਂ ਅਨਾਊਂਸਮੈਂਟ ਹੋਈ ਹੈ, ਅਜੇ ਇੱਕ ਦਿਨ ਹੋਇਆ ਨਹੀਂ ਉਹਨੂੰ, 4 ਵਜੇ ਹੋਣਾ ਮੇਰਾ ਖਿਆਲ ਹੈ, ਅਜੇ 24 ਘੰਟੇ ਹੋਏ ਨਹੀਂ ਹੈ। ਸੋ ਇਹ ਤਾਂ ਛੋਟੀਆਂ ਪ੍ਰੋਬਲਮਸ ਨੇ, ਇਹਨਾਂ ਦਾ ਫਿਕਰ ਨਹੀਂ ਕਰਨਾ ਚਾਹੀਦਾ। ਚਲੋ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਗੱਲਬਾਤ ਕਰ ਰਹੇ ਸੀਗੇ ਸਵਰਨ ਸਿੰਘ ਬੋਪਾਰਾਏ ਜਿਹਦੇ ਨਾਲ, ਜਿਨ੍ਹਾਂ ਨੇ ਰਾਏ ਆਪਣੀ ਰੱਖੀ ਹੈਗੀ ਹੈ, ਅਤੇ ਆਪਣਾ ਕਿਉਂਕਿ ਲੰਮਾ ਚੌੜਾ ਤਜਰਬਾ ਰਿਹਾ, ਅਤੇ ਤਜਰਬੇ ਦੇ ਆਧਾਰ 'ਤੇ ਵੀ ਕਾਫੀ ਜਣੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ। ਸੰਯੁਕਤ ਸਮਾਜ ਮੋਰਚਾ ਬਣਿਆ, ਕਾਫੀ ਖੁਸ਼ ਨੇ, ਕਿਉਂਕਿ ਕਾਫੀ ਟਾਈਮ ਤੋਂ ਜਦੋਂ ਐਜੀਟੇਸ਼ਨ ਚੱਲਦਾ ਸੀਗਾ ਕਿਸਾਨਾਂ ਦੇ ਨਾਲ, ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਕਰਦੇ ਸੀਗੇ, ਅਤੇ ਉਹਨਾਂ ਨੂੰ ਲਗਾਤਾਰ ਟਾਈਮ ਟੂ ਟਾਈਮ ਰਿਕੁਐਸਟ ਕਰਦੇ ਸੀਗੇ ਕਿ ਕਿਸਾਨ ਜਥੇਬੰਦੀਆਂ ਨੂੰ ਇਲੈਕਸ਼ਨਸ ਨੇ ਜਿਹੜੇ ਕੰਟੈਸਟ ਕਰਨੇ ਚਾਹੀਦੇ ਨੇ। ਚੰਡੀਗੜ੍ਹ ਤੋਂ ਕੈਮਰਾ ਪਰਸਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂਸ਼ਾਹੀ ਟਾਈਮਜ਼।